ਸਤਿ ਸ਼੍ਰੀ ਅਕਾਲ। ਪੰਜਾਬੀ ਪੋਡਕਾਸਟ ਇਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ। ਫਤਿਹ ਪ੍ਰਵਾਨ ਕਰਨਾ ਜੀ। ਆਖਣਾ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਦੇ ਵਿੱਚ ਉਸ ਮਹਾਨ ਸਿੱਖ ਬੀਬੀ ਦਾ ਜ਼ਿਕਰ ਕਰਾਂਗੇ ਜਿਸ ਨੇ ਆਪਣੀ ਕੁਰਬਾਨੀ ਦੇ ਨਾਲ ਆਪਣੇ 2 ਸਾਲਾਂ ਬੱਚੇ ਦੀ ਵੀ ਕੁਰਬਾਨੀ ਦਿੱਤੀ। ਮਹਿਜ 22 ਸਾਲਾਂ ਦੀ ਉਮਰ ਦੇ ਵਿੱਚ ਇਸ ਸਿੱਖ ਬੀਬੀ ਦੀ ਕੁਰਬਾਨੀ ਹੁੰਦੀ ਹੈ ਤੇ ਕੁਰਬਾਨੀ ਉਸ ਸਮੇਂ ਹੁੰਦੀ ਹੈ ਜਦੋਂ ਜੈਤੋ ਮੋਰਚਾ ਲੱਗਦਾ ਹੈ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ ਹੈ ਤਾਂ ਗੁਰਦੁਆਰਾ ਸੁਧਾਰ ਲਹਿਰ ਜਦੋਂ ਹੀ ਸ਼ੁਰੂ ਹੁੰਦੀ ਹੈ ਤਾਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾ ਲਿਆ ਜਾਂਦਾ ਹੈ, ਕਿਉਂਕਿ ਉਸ ਸਮੇਂ ਦੇ ਜੋ ਮਹੰਤ ਸੀ ਉਹ ਉਜਾਸੀਆਂ ਕਰਦੇ ਸਨ। ਜੋ ਵੀ ਚੜ੍ਹਾਵਾ ਸਿੱਖ ਸੰਗਤਾਂ ਦੇ ਵੱਲੋਂ ਚੜ੍ਹਾਇਆ ਜਾਂਦਾ ਸੀ ਉਸ ਦਾ ਗਲਤ ਇਸਤੇਮਾਲ ਕਰਦੇ ਸਨ। ਤਾਂ ਜਦੋਂ ਹੀ ਸਿੱਖ ਕੌਮ ਨੂੰ ਮਹਿਸੂਸ ਹੋਇਆ ਤਾਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ ਹੈ ਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਗੁਰੂ ਕਾ ਬਾਗ ਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਲ ਹੋਰ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾ ਲਿਆ ਜਾਂਦਾ ਹੈ। ਤੇ ਉਸੇ ਦੇ ਵਿੱਚੋਂ ਹੀ ਫਿਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਸੇ ਦੇ ਵਿੱਚੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਉਂਦੀ ਹੈ ਤੇ ਸਿੱਖਾਂ ਦੀ ਵੱਡੀ ਤਾਕਤ ਬਣ ਜਾਂਦੀ ਹੈ। 9 ਜੁਲਾਈ 1923 ਨੂੰ ਉਸ ਸਮੇਂ ਨਾਭਾ ਰਿਆਸਤ ਦੇ ਰਾਜਾ ਰਿਪੋ ਦਮਨ ਸਿੰਘ ਨੂੰ ਧੱਕੇ ਦੇ ਨਾਲ ਗੱਦੀਓਂ ਲਾਹ ਦਿੱਤਾ ਜਾਂਦਾ ਹੈ। ਜੇਕਰ ਰਾਜਾ ਰਿਪੋ ਦਮਨ ਸਿੰਘ ਦੀ ਗੱਲ ਕਰ ਲਈਏ ਤਾਂ ਉਹ ਸਿੱਖਾਂ ਦਾ ਹਮੈਤੀ ਸੀ, ਗੁਰਦੁਆਰਾ ਸੁਧਾਰ ਲਹਿਰ ਦਾ ਹਮੈਤੀ ਸੀ ਤੇ ਸਿੱਖਾਂ ਦੇ ਮਸਲਿਆਂ ਦੇ ਵਿੱਚ ਬਹੁਤ ਵੱਡਾ ਹਿੱਸਾ ਉਹ ਲੈਂਦਾ ਸੀ ਤੇ ਸਿੱਖਾਂ ਦੀ ਮਦਦ ਵੀ ਕਰਦਾ ਸੀ। ਤੇ ਇਹ ਗੱਲ ਹਕੂਮਤ ਨੂੰ ਰਾਸ ਨਹੀਂ ਆ ਰਹੀ ਸੀ ਤੇ ਅੰਗਰੇਜ਼ ਸਰਕਾਰ ਨੂੰ ਰਾਸ ਨਹੀਂ ਆ ਰਹੀ ਸੀ। ਇਸੇ ਨੂੰ ਲੈ ਕੇ ਹੀ ਜੇਕਰ ਨਾਭਾ ਰਿਆਸਤ ਅਤੇ ਪਟਿਆਲਾ ਰਿਆਸਤ ਦੀ ਗੱਲ ਕਰ ਲਈਏ, ਦੋਨਾਂ ਦਾ ਝਗੜਾ ਚੱਲ ਰਿਹਾ ਸੀ। ਇਸ ਝਗੜੇ ਨੂੰ ਜੇਕਰ ਅੰਗਰੇਜ਼ੀ ਹਕੂਮਤ ਚਾਹੁੰਦੀ ਤਾਂ ਸੁਲਝਾ ਵੀ ਸਕਦੀ ਸੀ, ਪਰ ਉਹਨਾਂ ਨੇ ਇਸ ਝਗੜੇ ਨੂੰ ਵਧਾ ਕੇ ਇਸ ਨੂੰ ਬਹਾਨਾ ਬਣਾ ਕੇ ਸਿੱਖਾਂ ਦੇ ਹਮੈਤੀ ਰਾਜਾ ਰਿਪੋ ਦਮਨ ਸਿੰਘ ਨੂੰ ਗੱਦੀਓਂ ਜ਼ਬਰਨ ਲਾ ਦਿੱਤਾ। ਤਾਂ ਫਿਰ 9 ਸਤੰਬਰ ਨੂੰ ਨਾਭਾ ਰੋਸ ਦਿਵਸ ਵੀ ਮਨਾਇਆ ਜਾਂਦਾ, ਐਲਾਨ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ 14 ਸਤੰਬਰ 1923 ਨੂੰ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਕਰ ਦਿੱਤੇ ਜਾਂਦੇ ਨੇ। ਸ੍ਰੀ ਅਖੰਡ ਪਾਠ ਸਾਹਿਬ ਇਸ ਕਰਕੇ ਪ੍ਰਕਾਸ਼ ਕੀਤੇ ਜਾਂਦੇ ਨੇ ਕਿ ਰਾਜੇ ਦੀ ਬਹਾਲੀ ਦੇ ਲਈ। ਜਦੋਂ ਹੀ ਇਹ ਸਭ ਕੁਝ ਅੰਗਰੇਜ਼ੀ ਹਕੂਮਤ ਨੂੰ ਪਤਾ ਲੱਗਦਾ ਤਾਂ ਅੰਗਰੇਜ਼ੀ ਹਕੂਮਤ ਦੇ ਵੱਲੋਂ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਭੰਗ ਕਰ ਦਿੱਤੀ ਜਾਂਦੀ ਹੈ। ਪਾਠ ਕਰ ਰਹੇ ਪਾਠੀ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਜਦੋਂ ਹੀ ਇਹ ਗੱਲ ਸਿੱਖ ਕੌਮ ਦੇ ਵਿੱਚ ਜਾਂਦੀ ਹੈ, ਸਿੱਖ ਕੌਮ ਨੂੰ ਪਤਾ ਲੱਗਦੀ ਹੈ ਤਾਂ ਰੋਸ ਉਸ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ, ਕਿਉਂਕਿ ਸਿੱਖਾਂ ਦੇ ਵਿੱਚ ਉਸ ਸਮੇਂ ਜੋਸ਼ ਇਸ ਕਰਕੇ ਭਾਰੀ ਸੀ। ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਵੀ ਸਿਖਰ ਦੇ ਉੱਤੇ ਸੀ, ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾ ਲਿਆ ਸੀ ਤੇ ਸਿੱਖ ਜੋਸ਼ ਦੇ ਵਿੱਚ ਸਨ। ਫਿਰ ਸਿੱਖਾਂ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਕਿ 25 ਸਿੰਘਾਂ ਦਾ ਜਥਾ ਜੈਤੋ ਜਾਵੇਗਾ ਤੇ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੁਬਾਰਾ ਤੋਂ ਪ੍ਰਕਾਸ਼ ਕੀਤੇ ਜਾਣਗੇ। ਪਰ 25 ਸਿੰਘਾਂ ਦਾ ਜਥਾ ਆਉਂਦਾ ਹੈ ਤੇ ਅੰਗਰੇਜ਼ੀ ਹਕੂਮਤ ਉਸ 'ਤੇ ਕਹਿਰ ਢਾ ਕੇ ਉਸ ਨੂੰ ਬੇਹੋਸ਼ ਕਰ ਦਿੰਦੀ ਹੈ ਤੇ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਫਿਰ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਇਹ ਠੀਕ ਨਹੀਂ ਤਾਂ ਫਿਰ ਅਖੀਰ 'ਤੇ ਸ਼ਹੀਦੀ ਜਥਾ 500 ਸਿੰਘਾਂ ਦਾ ਭੇਜਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਇਸ ਜਥੇ ਦੇ ਵਿੱਚ ਸ਼ਾਮਲ ਹੋਣ ਦੇ ਲੋਕ ਉਤਾਵਲੇ ਸਨ, ਸਿੰਘ ਉਤਾਵਲੇ ਸਨ ਤੇ ਬਹੁਤ ਸਾਰੇ ਸਿੰਘਾਂ ਦਾ ਜਦੋਂ ਨਾਮ ਨਾ ਆਉਂਦਾ ਤਾਂ ਉਦਾਸ ਹੁੰਦੇ ਕਿ ਅਸੀਂ ਵੀ ਗੁਰੂ ਸਾਹਿਬ ਦੇ ਲਈ ਕੁਰਬਾਨੀ ਕਰਨੀ ਹੈ। ਇਹ ਜਦੋਂ ਸਭ ਕੁਝ ਵਾਪਰਦਾ ਤੇ ਅਖੀਰ ਇਹ 500 ਸਿੰਘਾਂ ਦਾ ਜਥਾ, ਪਹਿਲਾ ਸ਼ਹੀਦੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਦੇ ਵਿੱਚ ਰਵਾਨਾ ਹੁੰਦਾ ਹੈ। ਉਸ ਨੂੰ ਰਵਾਨਾ ਕਰਨ ਵਾਲੀਆਂ ਹਜ਼ਾਰਾਂ ਸੰਗਤਾਂ ਉੱਥੇ ਸ਼ਾਮਲ ਸੀ ਤੇ ਵਾਹਿਗੁਰੂ ਦਾ ਜਾਪ ਹੁੰਦਾ ਹੈ ਤੇ ਜੈਕਾਰਿਆਂ ਦੀ ਗੂੰਜ ਦੂਰ ਤੱਕ ਸੁਣਾਈ ਦਿੰਦੀ ਹੈ। 9 ਫਰਵਰੀ 1924 ਨੂੰ ਇਹ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਦੇ ਵਿੱਚ ਰਵਾਨਾ ਹੁੰਦਾ ਹੈ। ਰਸਤੇ ਦੇ ਵਿੱਚ ਸਿੰਘਾਂ ਦੀ ਇੰਨੀ ਕੁ ਸੇਵਾ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਂਦੀ। ਨਾਲ ਦੀ ਨਾਲ ਇਸ ਜਥੇ ਨੂੰ ਲੈ ਕੇ ਸਿੱਖ ਬੀਬੀਆਂ ਦਾ ਕਹਿਣਾ ਸੀ ਕਿ ਸਾਨੂੰ ਵੀ ਇਸ ਜਥੇ ਦੇ ਵਿੱਚ ਸ਼ਾਮਲ ਕੀਤਾ ਜਾਵੇ, ਪਰ ਇਸ ਜਥੇ ਦੇ ਵਿੱਚ ਸਿਰਫ ਸਿੰਘ ਹੀ ਸ਼ਾਮਲ ਹੋ ਸਕਦੇ ਸਨ, ਬੀਬੀਆਂ ਦੇ ਉੱਤੇ ਪਾਬੰਦੀ ਸੀ। ਇਸ ਜਥੇ ਦੀ ਲੰਗਰ ਦੀ ਸੇਵਾ ਕਰਨ ਦੇ ਲਈ ਸਿੱਖ ਬੀਬੀਆਂ ਨੂੰ ਭੇਜਿਆ ਜਾਵੇ ਤਾਂ ਇਹ ਗੱਲ ਮੰਨ ਲਈ ਜਾਂਦੀ ਹੈ ਤੇ ਅਖੀਰ ਸਿੱਖ ਬੀਬੀਆਂ ਦਾ ਜਥਾ ਵੀ ਇਸ 500 ਸਿੰਘਾਂ ਦੇ ਸ਼ਹੀਦੀ ਜਥੇ ਦੇ ਨਾਲ ਸ਼ਾਮਲ ਹੋ ਜਾਂਦਾ ਹੈ। ਇਸ ਦੀ ਅਗਵਾਈ ਬੀਬੀ ਬਲਵੀਰ ਕੌਰ ਕਰ ਰਹੇ ਸਨ। ਰਸਤੇ ਦੇ ਵਿੱਚ ਲੰਗਰ ਨੂੰ ਲੈ ਕੇ ਸੰਗਤਾਂ ਦੇ ਵੱਲੋਂ ਸਿੰਘਾਂ ਦੀ ਇੰਨੀ ਕੁ ਸੇਵਾ ਕੀਤੀ ਜਾਂਦੀ ਹੈ ਤੇ ਮਹਿਸੂਸ ਹੁੰਦਾ ਹੈ ਕਿ ਇਸ ਦੇ ਨਾਲ ਲੰਗਰ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਦੀ ਜ਼ਰੂਰਤ ਨਹੀਂ। ਤਾਂ ਇਹ ਜਥਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਪਹੁੰਚਦਾ ਹੈ। ਉੱਥੇ ਬੀਬੀਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੀ ਜ਼ਰੂਰਤ ਨਹੀਂ, ਤੁਸੀਂ ਵਾਪਸ ਚਲੇ ਜਾਓ। ਬਹੁਤ ਸਾਰੀਆਂ ਸਿੱਖ ਬੀਬੀਆਂ ਉੱਥੋਂ ਵਾਪਸ ਹੋ ਜਾਂਦੀਆਂ ਹੈ, ਪਰ ਉਸ ਸਮੇਂ ਸਿੱਖ ਬੀਬੀ ਬਲਵੀਰ ਕੌਰ ਅਤੇ ਉਸ ਦਾ 2 ਸਾਲਾਂ ਦਾ ਪੁੱਤਰ ਉੱਥੇ ਹੀ ਰਹਿੰਦੇ ਹਨ। ਉਸ ਸਮੇਂ 'ਤੇ ਬੀਬੀ ਬਲਵੀਰ ਕੌਰ ਨੂੰ ਇਹ ਕਿਹਾ ਵੀ ਜਾਂਦਾ ਹੈ ਕਿ ਤੁਸੀਂ ਵੀ ਦੂਸਰੀਆਂ ਬੀਬੀਆਂ ਦੇ ਨਾਲ ਵਾਪਸ ਚਲੇ ਜਾਓ, ਪਰ ਬੀਬੀ ਬਲਵੀਰ ਕੌਰ ਆਖਦੀ ਹੈ ਕਿ ਮੈਨੂੰ ਕੁਰਬਾਨੀ ਕਰਨ ਦੀ ਆਗਿਆ ਦਿੱਤੀ ਜਾਵੇ।
ਉਹ ਅੱਖਾਂ ਭਰ ਲੈਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਵਾਪਸ ਨਹੀਂ ਜਾਣਾ, ਮੈਂ ਆਪਣੇ ਭਰਾਵਾਂ ਦੇ ਨਾਲ ਹੀ ਕੁਰਬਾਨੀ ਦੇਣੀ ਹੈ। ਤੇ ਇਹ ਜਥਾ 20 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਪਹੁੰਚਦਾ ਹੈ ਤੇ ਦੂਸਰੇ ਦਿਨ 21 ਫਰਵਰੀ ਨੂੰ ਜਕਾਰਿਆਂ ਦੀ ਗੂੰਜ ਦੇ ਵਿੱਚ ਜਥਾ ਫਿਰ ਰਵਾਨਾ ਹੋ ਜਾਂਦਾ ਜੈਤੋ ਦੇ ਵੱਲ। ਬਰਗਾੜੀ ਤੋਂ ਮਹਿਜ 9 ਕਿਲੋਮੀਟਰ ਦੂਰ ਸੀ ਗੁਰਦੁਆਰਾ ਗੰਗਸਰ ਜੈਤੋ। ਇਹ ਜਥਾ ਰਵਾਨਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਸਿੱਖ ਬੀਬੀ ਬਲਵੀਰ ਕੌਰ ਨੂੰ ਫਿਰ ਕਿਹਾ ਜਾਂਦਾ ਹੈ ਕਿ ਤੁਸੀਂ ਵਾਪਸ ਚਲੇ ਜਾਓ, ਤੁਹਾਡਾ 2 ਸਾਲਾਂ ਦਾ ਪੁੱਤਰ ਵੀ ਹੈ ਤੇ ਕਿਉਂਕਿ ਅੱਗੇ ਗੋਲੀ ਵੀ ਚੱਲ ਸਕਦੀ ਹੈ, ਤੋਪਾਂ ਬੀੜੀਆਂ ਹੋਈਆਂ ਹਨ ਤੇ ਅੰਗਰੇਜ਼ੀ ਹਕੂਮਤ ਕਹਿਰ ਢਾਹ ਸਕਦੀ ਹੈ। ਤਾਂ ਬੀਬੀ ਬਲਵੀਰ ਕੌਰ ਨੇ ਕਿਹਾ ਕਿ ਨਹੀਂ, ਮੈਂ ਵਾਪਸ ਨਹੀਂ ਜਾਵਾਂਗੀ, ਮੈਂ ਵੀ ਇੱਕ ਕੁਰਬਾਨੀ ਕਰਾਂਗੀ ਤੇ ਮੈਂ ਬਹੁਤ ਖੁਸ਼ ਹੋਵਾਂਗੀ ਕਿ ਜੇਕਰ ਮੇਰਾ 2 ਸਾਲਾਂ ਦਾ ਬੱਚਾ ਕੁਰਬਾਨੀ ਕਰੇਗਾ ਤੇ ਨਾਲ ਹੀ ਨਾਲ ਮੇਰੀ ਜ਼ਿੰਦਗੀ ਵੀ ਲੇਖੇ ਲੱਗ ਜਾਵੇਗੀ। ਬਹੁਤ ਸਾਰਾ ਮਨਾਉਣ ਤੋਂ ਬਾਅਦ ਵੀ ਬੀਬੀ ਬਲਵੀਰ ਕੌਰ ਵਾਪਸ ਨਹੀਂ ਆਉਂਦੇ ਤੇ ਉਸ ਸਮੇਂ ਤੇ ਫਿਰ ਇੱਕ ਐਲਾਨ ਕਰ ਦਿੱਤਾ ਜਾਂਦਾ ਹੈ ਸਿੱਖਾਂ ਦੇ ਵੱਲੋਂ ਕਿ ਜੋ ਵੀ ਅੱਗੇ ਵਧਣਾ ਚਾਹੁੰਦੇ ਹਨ, ਕਿਉਂਕਿ ਹੁਣ ਅੱਗੇ ਸ਼ਹੀਦੀਆਂ ਦੇਣੀਆਂ ਪੈਣਗੀਆਂ, ਅੰਗਰੇਜ਼ੀ ਹਕੂਮਤ ਦੇ ਵੱਲੋਂ ਸਾਰੇ ਪ੍ਰਬੰਧ ਕੀਤੇ ਹੋਏ ਨੇ, ਜਿਨ੍ਹਾਂ ਨੇ ਵੀ ਵਾਪਸ ਮੁੜਨਾ ਉਹ ਮੁੜ ਸਕਦੇ ਨੇ ਤੇ ਜਿਹੜੇ ਸ਼ਹੀਦੀਆਂ ਦੇਣਾ ਚਾਹੁੰਦੇ ਨੇ ਉਹ ਅੱਗੇ ਆ ਜਾਣ। ਕੁਝ ਕੁ ਲੋਕਾਂ ਤੋਂ ਇਲਾਵਾ ਬਾਕੀ ਦੇ ਸਿੰਘ ਜਕਾਰਿਆਂ ਦੀ ਗੂੰਜ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਫਿਰ ਅੱਗੇ ਵਧਣਾ ਸ਼ੁਰੂ ਕਰਦੇ ਨੇ। ਰਸਤੇ ਦੇ ਵਿੱਚ ਉਹਨਾਂ ਦਾ ਹਰ ਧਰਮ ਦੇ ਵੱਲੋਂ ਸਤਿਕਾਰ ਕੀਤਾ ਜਾਂਦਾ ਹੈ ਤੇ ਇਹ ਜਥਾ ਜਦੋਂ ਹੀ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਪਹੁੰਚਦਾ ਤਾਂ ਅੰਗਰੇਜ਼ੀ ਹਕੂਮਤ ਦੇ ਵੱਲੋਂ ਸਾਰੇ ਪ੍ਰਬੰਧ ਕੀਤੇ ਹੋਏ ਸਨ। ਅੱਗੇ ਜਦੋਂ ਹੀ ਦੇਖਿਆ ਕਿ ਅੰਗਰੇਜ਼ਾਂ ਦੇ ਵੱਲੋਂ ਸਾਰੇ ਪ੍ਰਬੰਧ ਕੀਤੇ ਹੋਏ ਹਨ ਪਰ ਇਸ ਜਥੇ ਤੇ ਕੋਈ ਵੀ ਅਸਰ ਨਾ ਹੋਇਆ, ਇਹ ਜਥਾ ਚੜ੍ਹਦੀ ਕਲਾ, ਬੋਲੇ ਸੋਨੇਹਾਲ ਦੇ ਜਕਾਰੇ ਤੇ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਹੀ ਇਹ ਜਥਾ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਪਹੁੰਚਦਾ ਤਾਂ ਫਿਰ ਗੋਲੀਆਂ ਦੀ ਅੰਨ੍ਹੇਵਾਹ ਵਰਖਾ ਹੋ ਜਾਂਦੀ ਹੈ। ਬਹੁਤ ਸਾਰੇ ਸਿੰਘਾਂ ਦੇ ਗੋਲੀਆਂ ਲੱਗਦੀਆਂ, ਖੂਨ ਹੀ ਖੂਨ ਚਾਰੇ ਪਾਸੇ ਹੋ ਜਾਂਦਾ ਹੈ ਤੇ ਉਸ ਸਮੇਂ ਫਿਰ ਸਿੱਖ ਬੀਬੀ ਬਲਵੀਰ ਕੌਰ ਦੇ ਵੀ ਗੋਲੀ ਲੱਗ ਜਾਂਦੀ ਹੈ। ਉਸ ਦਾ 2 ਸਾਲਾਂ ਦਾ ਪੁੱਤਰ ਸਿੱਖ ਬੀਬੀ ਦੇ ਚਿਹਰੇ ਉੱਤੇ ਵਾਰ-ਵਾਰ ਹੱਥ ਫੇਰਦਾ ਪਰ ਉਸ ਚਿਹਰੇ ਦੇ ਉੱਤੇ ਖੂਨ ਹੀ ਖੂਨ ਸੀ। ਪਰ ਸਿੱਖ ਬੀਬੀ ਵੀ ਸਿੰਘਾਂ ਦੇ ਨਾਲ ਅੱਗੇ ਵੱਧਦੀ ਆ ਤੇ ਅੱਗੇ ਜਦੋਂ ਵੱਧਦੀ ਆ ਤਾਂ ਫਿਰ ਉਸ ਦੀ ਬਾਂਹ ਦੇ ਵਿੱਚ ਗੋਲੀ ਲੱਗਦੀ ਹੈ। ਉਹ ਬਾਂਹ ਦੇ ਵਿੱਚੋਂ ਗੋਲੀ ਹੋ ਕੇ ਉਸ ਦੇ ਪੁੱਤਰ ਦੇ ਉੱਤੇ ਗੋਲੀ ਲੱਗਦੀ ਹੈ ਤਾਂ ਉਸ ਦਾ 2 ਸਾਲਾਂ ਦਾ ਪੁੱਤਰ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਜਦੋਂ ਹੀ ਦਮ ਤੋੜ ਜਾਂਦਾ ਤਾਂ ਫਿਰ ਸਿੱਖ ਬੀਬੀ ਬਲਵੀਰ ਕੌਰ ਆਪਣੇ 2 ਸਾਲਾਂ ਦੇ ਪੁੱਤਰ ਨੂੰ ਦੂਸਰੇ ਸਿੰਘਾਂ ਦੀਆਂ ਲਾਸ਼ਾਂ ਦੇ ਕੋਲ ਰੱਖ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹੈ ਕਿ ਜਿੰਨੀ ਕੁ ਮੇਰੀ ਸੇਵਾ ਸੀ, ਜਿੰਨੀ ਕੁ ਮੇਰੀ ਜ਼ਿੰਮੇਵਾਰੀ ਸੀ ਮੈਂ ਨਿਭਾ ਦਿੱਤੀ ਹੈ, ਹੁਣ ਮੇਰਾ 2 ਸਾਲਾਂ ਦਾ ਪੁੱਤਰ ਤੁਹਾਡੇ ਚਰਨਾਂ ਦੇ ਵਿੱਚ। ਬੀਬੀ ਬਲਵੀਰ ਕੌਰ ਆਪਣੇ ਪੁੱਤਰ ਨੂੰ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਕੋਲ ਰੱਖ ਕੇ ਫਿਰ ਅੱਗੇ ਵਧਣਾ ਸ਼ੁਰੂ ਕਰ ਦਿੰਦੀ ਹੈ। ਤਾਂ ਫਿਰ ਜਦੋਂ ਹੀ ਗੁਰਦੁਆਰਾ ਟਿੱਬੀ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਨੇ ਸਿੰਘ ਤਾਂ ਫਿਰ ਇੱਕ ਗੋਲੀ ਹੋਰ ਬੀਬੀ ਬਲਵੀਰ ਕੌਰ ਦੀ ਛਾਤੀ ਦੇ ਵਿੱਚ ਲੱਗਦੀ ਹੈ ਤੇ ਬੀਬੀ ਬਲਵੀਰ ਕੌਰ ਅਖੀਰ ਦਮ ਤੋੜ ਜਾਂਦੇ ਨੇ। ਬੀਬੀ ਬਲਵੀਰ ਕੌਰ ਵੀ ਉੱਥੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਪਰ ਸਿੰਘ ਅੱਗੇ ਵਧਣਾ ਸ਼ੁਰੂ ਕਰਦੇ ਨੇ। ਮਹਿਜ 200 ਮੀਟਰ ਦੀ ਦੂਰੀ ਜਦੋਂ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੀ ਰਹਿ ਜਾਂਦੀ ਹੈ ਤਾਂ ਅਚਾਨਕ ਗੋਲੀ ਚੱਲਣੀ ਬੰਦ ਹੋ ਜਾਂਦੀ ਹੈ ਤੇ ਬਾਕੀ ਦੇ ਬਚਦੇ ਸਿੰਘ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਹੀ ਸਿੰਘ ਅੱਗੇ ਵਧਦੇ ਨੇ ਤੇ ਉਹਨਾਂ ਨੂੰ ਉਸ ਸਮੇਂ ਦੀਆਂ ਉਹਨਾਂ ਦੀਆਂ ਘੋੜਿਆਂ ਵਾਲੀਆਂ ਫੌਜਾਂ ਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਨੇ। ਤਸੱਦਰ ਇੰਨਾ ਕੁ ਹੁੰਦਾ ਹੈ ਕਿ ਬਹੁਤ ਸਾਰੇ ਸਿੰਘ ਫਿਰ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਜੋ ਵੀ ਸਿੰਘ ਬਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੈਤੋ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਜਾਂਦਾ। ਜੈਤੋ ਮੋਰਚਾ 21 ਦਿਨ ਚੱਲਿਆ ਤੇ ਇਸ ਮੋਰਚੇ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸ ਮੋਰਚੇ ਦੇ ਵਿੱਚ 500 ਸਿੰਘਾਂ ਦਾ ਜੋ ਸ਼ਹੀਦੀ ਜਥੇ ਸਨ ਉਹ 17 ਪਹੁੰਚਦੇ ਨੇ। 16 ਜਥਿਆਂ ਨੂੰ ਪੁਲਿਸ ਦੇ ਵੱਲੋਂ ਤਸੱਦਰ ਕੀਤਾ ਜਾਂਦਾ ਹੈ, ਅੰਗਰੇਜ਼ੀ ਹਕੂਮਤ ਦੇ ਵੱਲੋਂ ਤਸੱਦਰ ਕੀਤਾ ਜਾਂਦਾ ਹੈ। ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਨੇ, ਬਹੁਤ ਸਾਰੇ ਗ੍ਰਿਫਤਾਰ ਕਰ ਲਏ ਜਾਂਦੇ ਨੇ। ਅਖੀਰ ਤੇ ਅੰਗਰੇਜ਼ ਸਰਕਾਰ ਨੂੰ ਜਦੋਂ ਪਤਾ ਲੱਗਦਾ ਹੈ ਕਿ ਹੁਣ ਸਿੰਘ ਪਿੱਛੇ ਹਟਣ ਵਾਲੇ ਨਹੀਂ, ਸਿੱਖ ਆਪਣੀਆਂ ਮੰਗਾਂ ਮਨਵਾ ਕੇ ਰਹਿਣਗੇ, ਤਾਂ ਅਖੀਰ 17ਵਾਂ ਜਥਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੁੰਦਾ ਹੈ ਤੇ ਉਸ 17ਵੇਂ ਜਥੇ ਤੇ ਕੋਈ ਵੀ ਲਾਠੀ ਚਾਰਜ ਨਹੀਂ ਹੁੰਦਾ, ਕੋਈ ਗੋਲੀ ਨਹੀਂ ਚੱਲਦੀ ਤੇ ਅਖੀਰ ਫਿਰ ਇਹ 17ਵਾਂ ਜਥਾ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਦੇ ਵਿੱਚ ਪਹੁੰਚਦਾ ਹੈ। ਫਿਰ ਇੱਕ ਅਖੰਡ ਪਾਠ ਸਾਹਿਬ ਨਹੀਂ, ਫਿਰ 101 ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਤੇ ਫਿਰ ਸਿੱਖ ਕੌਮ ਦੀ ਜਿੱਤ ਹੁੰਦੀ ਹੈ। ਚੜ੍ਹਦੀ ਕਲਾ ਦੇ ਜਕਾਰੇ ਲਾ ਦਿੱਤੇ ਜਾਂਦੇ ਨੇ। ਇਹ ਸਿੱਖ ਬੀਬੀ ਬਲਵੀਰ ਕੌਰ ਦਾ ਇਤਿਹਾਸ ਜੋ ਹੈ ਬਹੁਤੀ ਥਾਈਂ ਇਸ ਦਾ ਜ਼ਿਕਰ ਪਿਛੋਕੜ ਕੀ ਰਿਹਾ, ਕਿੱਥੋਂ ਦੀ ਰਹਿਣ ਵਾਲੀ ਸੀ, ਇਸ ਦਾ ਬਹੁਤਾ ਪਤਾ ਨਹੀਂ ਚੱਲਦਾ। ਪਰ ਇਤਿਹਾਸਕ ਹਵਾਲੇ ਦੇ ਵਿੱਚੋਂ ਇਹ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਸਿੱਖ ਬੀਬੀ ਨੇ ਕੁਰਬਾਨੀ ਜਿਹੜੀ ਸੀ ਉਹ ਜੈਤੋ ਮੋਰਚੇ ਦੇ ਦੌਰਾਨ ਦਿੱਤੀ। ਮਹਿਜ 22 ਸਾਲਾਂ ਦੀ ਬੀਬੀ ਬਲਵੀਰ ਕੌਰ ਆਪਣੇ 2 ਸਾਲਾਂ ਦੇ ਪੁੱਤਰ ਦੇ ਨਾਲ ਕੁਰਬਾਨੀ ਦਿੰਦੀ ਹੈ ਤੇ ਇਹ ਸਿੱਖ ਕੌਮ ਦੀ ਲਸਾਨੀ ਸ਼ਹਾਦਤ ਰਹਿੰਦੀ ਦੁਨੀਆ ਦੇ ਤੱਕ ਯਾਦ ਰੱਖੀ ਜਾਵੇਗੀ। ਇਸੇ ਤਰ੍ਹਾਂ ਹੀ ਅਗਲੀਆਂ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਨਾਲ ਹੋਰ ਅਜਿਹੀਆਂ ਵੀਡੀਓ
ਇਤਿਹਾਸਕ ਹਵਾਲੇ ਸਾਂਝੇ ਕਰਦੇ ਰਹੀਏ। ਹੁਣ ਦਿਓ ਆਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।